ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਅੱਜ ਬਹੁਤ ਹੀ ਮਹੱਤਵਪੂਰਨ ਗੱਲਬਾਤ ਜਿਹਦੇ ਵਿੱਚ 4 ਵੱਡੀਆਂ ਸਿੱਖਿਆਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਗੱਲਬਾਤ ਹੋਊਗੀ ਗਧੇ ਸੱਪ ਤੇ ਕੱਛੂ ਕੁੰਮੇ ਦੇ ਦੁਆਲੇ। ਇੱਕ ਵਾਰ ਦੀ ਗੱਲ ਹੈ, ਇੱਕ ਜੰਗਲ ਦੇ ਵਿੱਚ ਇੱਕ ਸੱਪ, ਇੱਕ ਗਧਾ ਤੇ ਇੱਕ ਕੱਛੂ ਕੁੰਮਾ ਆਪਸ ਦੇ ਵਿੱਚ ਦੋਸਤ ਬਣ ਗਏ, ਮਿੱਤਰ ਬਣ ਗਏ। ਦਿਨ ਵੇਲੇ ਇਹਨਾਂ ਨੇ ਜਿੱਥੇ ਵੀ ਹੋਇਆ ਕਰਨਾ, ਜਿਹੜਾ ਵੀ ਕੰਮ ਕਰਿਆ ਕਰਨਾ, ਉਹ ਅਲੱਗ-ਅਲੱਗ ਕਰਿਆ ਕਰਦੇ ਸਨ। ਪਰ ਸ਼ਾਮ ਵੇਲੇ ਇਹ ਇਕੱਠੇ ਬੈਠਿਆ ਕਰਦੇ, ਭੋਜਨ ਵਗੈਰਾ ਵੀ ਇਕੱਠਾ ਕਰਨ ਲੱਗ ਪਏ। ਹਾਲਾਂਕਿ ਭੋਜਨ ਕਰਨ ਦੀ ਹਰ ਇੱਕ ਦੀ ਜਿਹੜੀ ਇੱਛਾ ਹੁੰਦੀ ਹੈ ਜਾਂ ਜਿਹੜੇ ਖਾਦ ਪਦਾਰਥ ਹੁੰਦੇ ਨੇ ਉਹ ਵੱਖਰੇ ਵੱਖਰੇ ਆਪਣੇ ਭੋਜਨ ਦਾ ਪ੍ਰਬੰਧ ਕਰਕੇ ਇਕੱਠਿਆਂ ਲੁਤਫ ਲੈ ਕੇ ਖਾਣਾ ਖਾਇਆ ਕਰਦੇ। ਤੇ ਸਵੇਰ ਵੇਲੇ ਵੀ ਇਹ ਆਪਣਾ ਜਿਹੜਾ ਕੁਝ ਹੁੰਦਾ ਉਹ ਖਾ ਪੀ ਕੇ ਆਪੋ ਆਪਣੇ ਕੰਮਾਂ 'ਤੇ ਚਲੇ ਜਾਇਆ ਕਰਦੇ। ਹੁੰਦਾ ਕੀ ਕਿ ਅਕਸਰ ਇਹਨਾਂ ਦੀ ਗੱਲਬਾਤ ਦੇ ਵਿੱਚ ਥੋੜਾ ਸਮਾਂ ਪੈ ਕੇ ਗੱਲਬਾਤ ਦਾ ਮੁੱਖ ਵਿਸ਼ਾ ਅਕਲ ਰਹਿਣ ਲੱਗ ਪਈ। ਇਹਨਾਂ ਨੇ ਜਦੋਂ ਵੀ ਗੱਲਬਾਤ ਕਰਿਆ ਕਰਨੀ ਤਾਂ ਜਦੋਂ ਤਾਂ ਗਧਾ ਕੋਲ ਹੋਇਆ ਕਰੇ ਉਦੋਂ ਬਹੁਤੀ ਵਾਰ ਉਰੇ ਪਰੇ ਦੀਆਂ ਗੱਲਾਂ ਕਰਿਆ ਕਰਦੇ, ਤੇ ਜਦੋਂ ਗਧਾ ਕੋਲ ਨਾ ਹੁੰਦਾ ਤਾਂ ਸੱਪ ਤੇ ਕੱਛੂ ਕੁੰਮੇ ਨੇ ਆਪਸ ਦੇ ਵਿੱਚ ਚਿੰਤਾ ਕਰਿਆ ਕਰਨੀ ਕਿ ਆਪਣਾ ਦੋਸਤ ਬੁੱਧੀਹੀਨ ਹੈ, ਬਹੁਤਾ ਬੁੱਧੀਮਾਨ ਨਹੀਂ, ਉਹ ਅਕਲਮੰਦ ਨਹੀਂ, ਜਿੰਨੀ ਅਕਲ ਸਾਨੂੰ ਹੈ ਉਨੀ ਅਕਲ ਨਹੀਂ, ਉਹ ਮੁਸੀਬਤ ਦਾ ਸਾਹਮਣਾ ਕਿਵੇਂ ਕਰਿਆ ਕਰੇਗਾ। ਜਦੋਂ ਵੀ ਉਹਨਾਂ ਦੋਵਾਂ ਨੇ ਇਕੱਠਿਆਂ ਬੈਠਿਆ ਕਰਨਾ ਤਾਂ ਉਹਨਾਂ ਨੇ ਆਪਣੇ ਮਿੱਤਰ ਗਧੇ ਦੀ ਚਿੰਤਾ ਕਰੀ ਜਾਇਆ ਕਰਨੀ। ਸੱਪ ਨੇ ਕਿਹਾ ਕਰਨਾ ਕਿ ਮੈਨੂੰ ਬਹੁਤ ਅਕਲ ਹੈ, ਮੈਂ ਬਹੁਤ ਅਕਲਮੰਦ ਹਾਂ, ਮੇਰੇ ਤੇ ਕੋਈ ਮੁਸੀਬਤ ਪੈ ਗਈ ਤਾਂ ਕੋਈ ਗੱਲ ਨਹੀਂ, ਮੈਂ 100 ਰਾਹ ਲੱਭ ਸਕਦਾ, ਕੋਈ ਦਿੱਕਤ ਨਹੀਂ ਆਉਂਦੀ। ਦਿੱਕਤ ਦੇ ਵਿੱਚ ਤਾਂ ਮੇਰਾ ਦਿਮਾਗ ਹੋਰ ਤੇਜ਼ ਹੋ ਜਾਂਦਾ, ਪਰ ਮੈਨੂੰ ਚਿੰਤਾ ਸਤਾਉਂਦੀ ਹੈ ਕਿ ਸਾਡੇ ਦੋਸਤ ਦਾ ਕੀ ਬਣੂਗਾ ਜੇ ਕਦੇ ਇਹਦੇ ਤੇ ਭੀੜ ਪੈ ਗਈ। ਇਸੇ ਤਰੀਕੇ ਕੱਛੂ ਕੁੰਮੇ ਨੇ ਵੀ ਕਿਹਾ ਕਰਨਾ ਕਿ ਮੈਂ ਬਹੁਤ ਚਤਰ ਹਾਂ, ਮੈਂ ਬਹੁਤ ਚਲਾਕ ਹਾਂ, ਮੇਰੇ ਤੇ ਜਿਸ ਦਿਨ ਕੋਈ ਭੀੜ ਪੈ ਗਈ, ਮੇਰੇ ਤੇ ਮੁਸੀਬਤ ਪੈ ਗਈ ਤਾਂ ਮੈਂ ਬਹੁਤ ਸਾਰੇ ਹੱਲ ਤਰੀਕੇ ਲੱਭ ਸਕਦਾ, ਮੈਂ ਬਹੁਤ ਸਾਰਾ ਆਪਣਾ ਦਿਮਾਗ ਦਾ ਇਸਤੇਮਾਲ ਕਰਕੇ ਉਸ ਮੁਸੀਬਤ ਤੋਂ, ਉਸ ਸਮੱਸਿਆ ਤੋਂ ਨਿਜਾਤ ਪਾ ਸਕਦਾ। ਪਰ ਮੈਨੂੰ ਵੀ ਚਿੰਤਾ ਰਹਿੰਦੀ ਹੈ ਕਿ ਜਿਸ ਦਿਨ ਗਧੇ ਤੇ ਭੀੜ ਪੈ ਗਈ ਇਸ ਦਾ ਕੀ ਬਣੇਗਾ। ਦੋਸਤ ਹੋਣ ਦੇ ਨਾਂ ਤੇ ਸਾਨੂੰ ਇਸ ਦਾ ਕੁਛ ਨਾ ਕੁਛ ਸੋਚ ਕੇ ਰੱਖਣਾ ਚਾਹੀਦਾ, ਕਿਉਂਕਿ ਗਧਾ ਬੁੱਧੀਮਾਨ ਨਹੀਂ, ਇਹ ਬੁੱਧੀਹੀਨ ਹੈ। ਬੁੱਧੀਮਾਨ ਲਈ, ਸਮਝਦਾਰ ਲਈ ਤਾਂ ਕੁਛ ਵੀ ਅਸੰਭਵ ਨਹੀਂ। ਕਹਿੰਦੇ ਜੋ ਮੁਸੀਬਤ ਪਈ ਤੋਂ ਪਹਿਲਾਂ ਹੀ ਮਸਲੇ ਦਾ ਹੱਲ ਕਰ ਲੈਂਦੇ ਨੇ ਉਹ ਸਭ ਤੋਂ ਸਿਆਣੇ ਹੁੰਦੇ ਨੇ, ਗੱਲਾਂ ਬਾਤਾਂ ਵਾਲੇ ਨਹੀਂ। ਪਰ ਇਹਨਾਂ ਨੇ ਗੱਲਾਂ ਬਾਤਾਂ ਇਸੇ ਤਰੀਕੇ ਜਾਰੀ ਰੱਖਿਆ ਕਰਨੀਆਂ। ਹੁਣ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਗਧਾ ਵੀ ਕੋਲ ਹੁੰਦਾ ਤਾਂ ਵੀ ਇਹ ਗੱਲਬਾਤ ਜਿਹੜੀ ਅਕਲ ਦੇ ਨਾਲ ਸੰਬੰਧਿਤ ਹੈ ਉਹ ਛੇੜ ਲਿਆ ਕਰਦੇ। ਸਿਆਣੇ ਕਹਿੰਦੇ ਨੇ ਕਿ ਕਰਜ਼ਾ, ਦੁਸ਼ਮਣ, ਰੋਗ ਅਤੇ ਅੱਗ, ਇਹਨਾਂ ਨੂੰ ਸਮੇਂ ਤੇ ਨਾ ਦਬਾਇਆ ਜਾਵੇ, ਸਮੇਂ ਤੇ ਨਾ ਰੋਕਿਆ ਜਾਵੇ ਤਾਂ ਇਹ ਚਾਰੋਂ ਘਾਤਕ ਸਿੱਧ ਹੋ ਜਾਂਦੇ ਨੇ। ਮਨੁੱਖ ਨੂੰ ਹਮੇਸ਼ਾ ਦੂਰ ਦਾ ਸੋਚਣਾ ਚਾਹੀਦਾ ਹੈ, ਦੂਰ ਅੰਦੇਸ਼ੀ ਹੋ ਕੇ ਆਪਣੇ ਫੈਸਲੇ ਲੈਣੇ ਚਾਹੀਦੇ ਨੇ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਦੇ ਨਤੀਜੇ ਨਤਾਇਜ ਜ਼ਿਹਨ ਵਿੱਚ ਰੱਖਣੇ ਚਾਹੀਦੇ ਨੇ ਕਿ ਜੇ ਮੈਂ ਆਹ ਕੰਮ ਕਰਦਾ ਹਾਂ ਇਹਦਾ ਸਾਡੇ ਭਵਿੱਖ ਤੇ ਅਸਰ ਕੀ ਪਵੇਗਾ। ਪਰ ਬਹੁਤੀ ਵਾਰ ਅਸੀਂ ਇਹ ਚੀਜ਼ ਸੋਚਦੇ ਨਹੀਂ। ਸਾਨੂੰ ਕੋਈ ਕੁਝ ਕਰਨ ਲਈ ਕਹਿ ਦਿੰਦਾ ਹੈ, ਅਸੀਂ ਆਪਣਾ ਦਿਮਾਗ ਮਾੜਾ ਮੋਟਾ ਲਾ ਕੇ ਉਸ ਕੰਮ ਨੂੰ ਕਰਨ ਜਾਂ ਨਾ ਕਰਨ ਦਾ ਫੈਸਲਾ ਲੈ ਲੈਂਦੇ ਹਾਂ। ਇਹ ਨਹੀਂ ਦੇਖਦੇ ਕਿ ਜੇ ਮੈਂ ਕਰਾਂਗਾ ਤਾਂ ਇਹਦਾ ਭਵਿੱਖ ਵਿੱਚ ਸਿੱਟਾ ਕੀ ਨਿਕਲੇਗਾ, ਤੇ ਜੇ ਮੈਂ ਇਹ ਕੰਮ ਛੱਡ ਦਿਆਂਗਾ ਤਾਂ ਮੇਰੇ ਭਵਿੱਖ ਤੇ ਕੋਈ ਮਾੜਾ ਅਸਰ ਤਾਂ ਨਹੀਂ ਪਵੇਗਾ। ਖੈਰ, ਵਾਪਸ ਆਪਾਂ ਅੱਜ ਦੇ ਮੁੱਦੇ ਵੱਲ ਆਉਂਦੇ ਹਾਂ। ਇੱਕ ਵਾਰ ਕੀ ਹੁੰਦਾ ਹੈ ਕਿ ਉਸੇ ਜੰਗਲ ਦੇ ਵਿੱਚ ਅੱਗ ਫੈਲਣ ਲੱਗਦੀ ਹੈ। ਬਹੁਤ ਸਾਰੇ ਜਾਨਵਰ ਚਿੰਤਤ ਹੋਣ ਲੱਗਦੇ ਨੇ ਕਿ ਇਸ ਅੱਗ ਦਾ ਹੱਲ ਕੀ ਕਰੀਏ। ਅਸੀਂ ਭੱਜੀਏ ਕਿ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰੀਏ। ਕੁਝ ਸਿਆਣੇ ਲੋਕਾਂ ਨੇ ਇਹ ਕਹਿ ਦਿੱਤਾ ਕਿ ਇਹ ਅੱਗ ਜਦੋਂ ਜੰਗਲ ਦੇ ਵਿੱਚ ਫੈਲ ਗਈ ਤਾਂ ਉਦੋਂ ਸਾਡੇ ਦਿਮਾਗ ਨੇ ਜਿਹੜੇ ਜਿੰਨੀਆਂ ਮਰਜ਼ੀ ਘਾੜਤਾਂ ਕੱਢ ਲੈਣ, ਅੱਗ ਦੇ ਅੱਗੇ ਉਹ ਸਭ ਫੇਲ ਹੈ, ਅਸਫਲ ਨੇ। ਇਸ ਕਰਕੇ ਅੱਗ ਤੋਂ ਭੱਜਣਾ ਹੀ ਇੱਕ ਸਾਰਥਕ ਹੱਲ ਹੈ। ਪਰ ਸੱਪ, ਉਹ ਆਪਣੇ ਆਪ ਨੂੰ ਬੇਹੱਦ ਬੁੱਧੀਮਾਨ ਕਹਿੰਦਾ ਸੀ। ਉਹ ਕਹਿੰਦਾ ਨਹੀਂ, ਇਸ ਅੱਗ ਤੋਂ ਭੈ ਖਾਣ ਦੀ, ਡਰਨ ਦੀ ਜ਼ਰੂਰਤ ਨਹੀਂ। ਉਹ ਕਹਿੰਦਾ ਕਿ ਮੈਂ ਸਭ ਤੋਂ ਉੱਚਾ ਜਿਹੜਾ ਰੁੱਖ ਹੈ ਜੰਗਲ ਦਾ ਉਹਦੇ ਉੱਤੇ ਚੜ੍ਹ ਜਾਵਾਂਗਾ। ਅੱਗ ਫੈਲੀ ਹੈ ਤਾਂ ਹੇਠੋਂ ਦੀ ਲੰਘ ਜਾਵੇਗੀ, ਮੇਰਾ ਕੁਛ ਨਹੀਂ ਵਿਗਾੜ ਸਕਦੀ, ਮੇਰਾ ਇੱਕ ਵਾਲ ਵੀ ਵਿੰਗਾ ਨਹੀਂ ਹੋਵੇਗਾ। ਇਸ ਕਰਕੇ ਜਦੋਂ ਤੱਕ ਅੱਗ ਨੇ ਉੱਥੇ ਆਉਣਾ ਸੀ ਉਸ ਤੋਂ ਕਈ ਸਮਾਂ ਪਹਿਲਾਂ ਉਹ ਉਸ ਇੱਕ ਉੱਚੇ ਰੁੱਖ ਦੇ ਉੱਤੇ ਚੜ੍ਹ ਕੇ ਉਸ ਨੂੰ ਕੁੰਡਲੀ ਮਾਰ ਕੇ ਬੈਠ ਗਿਆ। ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗਾ। ਠੰਡੀ ਹਵਾ ਆਉਂਦੀ ਤਾਂ ਉਸ ਨੂੰ ਲੱਗਦਾ ਕਿ ਕੁਦਰਤ ਦਾ ਸਭ ਤੋਂ ਵਧੀਆ ਜਿਹੜਾ ਨਜ਼ਾਰਾ ਹੈ ਉਹ ਮੈਂ ਲੈ ਰਿਹਾ। ਤੇ ਦੂਰ ਇੱਕ ਕੋਨੇ ਤੇ ਉਸ ਨੂੰ ਅੱਗ ਵੀ ਤੁਰੀ ਆਉਂਦੀ ਦੱਸਿਆ ਕਰਦੀ। ਭੈ ਭੀਤ ਨਾ ਹੋਇਆ। ਉਸਨੇ ਦੇਖਿਆ ਕਿ ਸੈਂਕੜੇ ਜਾਨਵਰ ਭੱਜ ਰਹੇ ਨੇ, ਪਰ ਉਸਨੇ ਇੱਕ ਵਾਰ ਨਹੀਂ ਸੋਚਿਆ ਕਿ ਮੈਂ ਵੀ ਭੱਜ ਲਵਾਂ। ਦੂਜੇ ਪਾਸੇ ਜਿਹੜਾ ਕੱਛੂ ਕੁੰਮਾ ਸੀ, ਉਸਨੇ ਵੀ ਆਪਣੇ ਦਿਮਾਗ ਦਾ ਕੁਝ ਜ਼ਿਆਦਾ ਹੀ ਇਸਤੇਮਾਲ ਕਰ ਲਿਆ। ਉਸਨੇ ਦੇਖਿਆ ਕਿ ਉਸਦੇ ਥੋੜੀ ਦੂਰ ਇੱਕ ਗੋਬਰ ਦਾ ਵੱਡਾ ਢੇਰ ਲੱਗਿਆ ਹੋਇਆ ਸੀ ਜੋ ਕਿ ਗਿੱਲਾ ਗੋਬਰ ਸੀ। ਉਸਨੇ ਸੋਚਿਆ ਕਿ ਗਿੱਲੇ ਗੋਬਰ ਨੂੰ ਅੱਗ ਦਾ ਕੋਈ ਖਤਰਾ ਨਹੀਂ, ਗਿੱਲੇ ਗੋਬਰ ਦੇ ਵਿੱਚ ਮੈਂ ਸਭ ਤੋਂ ਸੁਰੱਖਿਅਤ ਰਹਾਂਗਾ।
ਉਹਨੇ ਵੀ ਆਸਾ-ਪਾਸਾ ਦੇਖ ਕੇ, ਮਾਹੌਲ ਚਾਲ ਦੇਖ ਕੇ ਉਹਦੇ ਵਿੱਚ ਵੜਨ ਦਾ ਫੈਸਲਾ ਕਰ ਲਿਆ। ਹੁਣ ਜਦੋਂ ਉਹਨਾਂ ਦਾ ਦੋਸਤ ਗਧਾ ਉਹਨਾਂ ਨੂੰ ਦੇਖਦਾ ਹੈ ਕਿ ਦੋਹਾਂ ਨੇ ਅੱਗ ਤੋਂ ਬਚਾਅ ਦੇ ਲਈ ਆਪੋ ਆਪਣਾ ਦਿਮਾਗ ਵਰਤ ਲਿਆ, ਤਾਂ ਉਹ ਸੋਚੀ ਪੈ ਗਿਆ। ਬਹੁਤ ਜ਼ਿਆਦਾ ਉਹ ਚਿੰਤਤ ਹੋ ਗਿਆ ਕਿ ਇਹਨਾਂ ਕੋਲ ਹਜ਼ਾਰ ਜੁਗਤਾਂ ਸੀ, ਇਹਨਾਂ ਤਾਂ ਆਪਣੇ ਆਪ ਨੂੰ ਸੁਰੱਖਿਅਤ ਕਰ ਲਿਆ, ਇਹਨਾਂ ਤਾਂ ਆਪਣਾ ਬਚਾਅ ਕਰ ਲਿਆ, ਹੁਣ ਮੈਂ ਕੀ ਕਰਾਂ? ਮੈਨੂੰ ਤਾਂ ਬੁੱਧੀ ਵੀ ਘੱਟ ਹੈ, ਮੈਨੂੰ ਤਾਂ ਕੋਈ ਹੋਰ ਯੁਕਤ ਵੀ ਨਹੀਂ ਆਉਂਦੀ। ਸੋ ਉਸਨੇ ਉਹੀ ਕੀਤਾ ਜੋ ਉਸਦੇ ਜ਼ਿਹਨ ਵਿੱਚ ਆਇਆ। ਉਸ ਨੂੰ ਸੁਝਿਆ ਕਿ ਉਹ ਭੱਜ ਕੇ ਜਾਨ ਬਚਾ ਲਵੇ। ਉਸਨੇ ਆਪਣੇ ਵੱਡ ਵਡੇਰਿਆਂ ਤੋਂ ਜੋ ਸਿੱਖਿਆ ਸੀ, ਉਸਨੇ ਆਪਣੇ ਜੀਵਨ ਦੇ ਵਿੱਚ ਉਹੀ ਚੀਜ਼ ਅਮਲ ਦੇ ਵਿੱਚ ਲੈ ਆਉਂਦੀ। ਉਸਨੇ ਭੱਜਣਾ ਸ਼ੁਰੂ ਕਰ ਦਿੱਤਾ। ਮੁਸੀਬਤ ਦੇਖ ਕੇ ਉਸਨੇ ਸਮਝਿਆ ਕਿ ਆਪਣੇ ਆਪ ਨੂੰ ਸੁਰੱਖਿਅਤ ਕਰ ਲਵਾਂ, ਇਸ ਤੋਂ ਵੱਡਾ ਜਿਹੜਾ ਹੈ ਹੋਰ ਕੋਈ ਸੂਝਵਾਨ ਕਦਮ ਮੇਰੇ ਲਈ ਹੋ ਨਹੀਂ ਸਕਦਾ। ਜੰਗਲ ਦੀ ਅੱਗ ਫੈਲਦੀ ਗਈ ਤੇ ਉਹ ਜੰਗਲ ਦੀ ਅੱਗ ਪੂਰੇ ਜੰਗਲ ਵਿੱਚ ਫੈਲਣ ਤੋਂ ਪਹਿਲਾਂ ਹੀ ਜੰਗਲ ਤੋਂ ਬਾਹਰ ਹੋ ਗਿਆ, ਸੁਰੱਖਿਅਤ ਜਗ੍ਹਾ ਤੇ ਪਹੁੰਚ ਗਿਆ। ਹਫ਼ਤੇ ਕੁ ਬਾਅਦ ਜਦੋਂ ਅੱਗ ਖਤਮ ਹੋ ਗਈ, ਸਾਰਾ ਜੰਗਲ ਉਸਨੇ ਸਾੜ ਕੇ ਸੁਆਹ ਕਰ ਦਿੱਤਾ ਤੇ ਹੌਲੀ-ਹੌਲੀ ਉਹ ਬੁਝ ਵੀ ਗਈ, ਮੀਂਹ ਵੀ ਪੈ ਗਿਆ। ਸਾਰੀ ਜਿਹੜੀ ਜੰਗਲ ਹੈ ਉਹ ਰਾਖ ਦੇ ਵਿੱਚ ਤਬਦੀਲ ਹੋ ਗਿਆ। ਤਾਂ ਉਹ ਵਾਪਸ ਪਰਤਿਆ। ਉਸਨੇ ਸੋਚਿਆ ਕਿ ਇੱਥੇ ਮੈਂ ਕਿੰਨੇ ਕੁ ਦਿਨ ਰਹਿ ਲਵਾਂਗਾ, ਚੱਲਦਾ ਹਾਂ ਆਪਣੇ ਦੋਸਤਾਂ ਦੇ ਕੋਲ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਦਾ ਹਾਂ, ਉਹਨਾਂ ਨੂੰ ਪੁੱਛਦਾ ਹਾਂ ਕਿ ਜੰਗਲ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਤੇ ਇਹ ਅੱਗ ਕਿਵੇਂ ਬੁਝੀ। ਜਾ ਕੇ ਦੇਖਦਾ ਹੈ, ਸਭ ਤੋਂ ਪਹਿਲਾਂ ਉਸ ਉੱਚੇ ਦਰਖਤ ਵਾਲੀ ਥਾਂ ਤੇ ਪਹੁੰਚਿਆ ਤੇ ਉਸਨੇ ਦੇਖਿਆ ਕਿ ਦਰਖਤ ਸੜ ਕੇ ਸੁਆਹ ਹੋ ਚੁੱਕਿਆ ਸੀ। ਦਰਖਤ ਦੇ ਉੱਤੇ ਹੀ ਇੱਕ ਪਾਸੇ ਉਸ ਸੱਪ ਦਾ ਮਰੇ ਹੋਏ ਦਾ ਕੰਕਾਲ ਲਟਕ ਰਿਹਾ ਸੀ। ਬਹੁਤ ਦੁਖੀ ਹੋਇਆ, ਬਹੁਤ ਉਸਨੂੰ ਬੁਰਾ ਮਹਿਸੂਸ ਹੋਇਆ। ਥੋੜੇ ਕਦਮ ਉਸਨੇ ਅੱਗੇ ਪੱਟੇ ਤੇ ਉਸਨੇ ਦੇਖਿਆ ਕਿ ਜਿਹੜਾ ਗੋਬਰ ਸੀ ਉਹ ਸਾਰਾ ਰਾਖ ਦੇ ਵਿੱਚ ਤਬਦੀਲ ਹੋ ਚੁੱਕਿਆ ਸੀ ਤੇ ਇੱਕ ਪਾਸੇ ਉਸ ਕੱਛੂ ਕੁੰਮੇ ਦਾ ਕੰਕਾਲ ਪਿਆ ਸੀ। ਬਹੁਤ ਜ਼ਿਆਦਾ ਉਸਦਾ ਮਨ ਭਰ ਗਿਆ, ਉਸਨੂੰ ਰੋਣਾ ਵੀ ਆ ਰਿਹਾ ਸੀ ਤੇ ਇੱਕ ਪਾਸੇ ਉਸਦੇ ਦਿਮਾਗ ਵਿੱਚ ਆਇਆ ਕਿ ਜੇ ਮੇਰੀ ਬੁੱਧੀ ਘੱਟ ਹੈ ਤਾਂ ਚਲੋ ਭਲਾ ਹੋ ਗਿਆ, ਮੈਂ ਬਚ ਗਿਆ, ਨਹੀਂ ਤਾਂ ਇਹਨਾਂ ਵਾਂਗੂ ਜ਼ਿਆਦਾ ਸੋਚਣ ਸ਼ਕਤੀ ਹੁੰਦੀ ਤਾਂ ਕਿਸੇ ਕੋਨੇ ਦੇ ਵਿੱਚ ਮੇਰਾ ਵੀ ਕੰਕਾਲ ਪਿਆ ਹੋਣਾ ਸੀ। ਇਸੇ ਕਰਕੇ ਸਿਆਣੇ ਕਹਿੰਦੇ ਨੇ ਨਾ ਕਿ ਜ਼ਿਆਦਾ ਬੁੱਧੀਮਾਨ ਲੋਕ ਆਪਣੇ ਦਿਮਾਗ ਦੇ ਉੱਤੇ ਘਮੰਡ ਕਰਕੇ, ਹੰਕਾਰ ਦੇ ਵਿੱਚ ਆ ਕੇ ਬਹੁਤੀ ਵਾਰ ਵੱਡੀ ਮੂਰਖਤਾ ਕਰ ਬੈਠਦੇ ਨੇ ਤੇ ਜਿਸ ਦਾ ਸਿੱਟਾ ਇੰਨਾ ਮਾੜਾ ਨਿਕਲਦਾ ਫਿਰ ਸਾਰੀ ਉਮਰ ਭੁਗਤਦੇ ਰਹਿੰਦੇ ਨੇ। ਇਸੇ ਕਰਕੇ ਸਿਆਣੇ ਸਾਨੂੰ ਕਹਿੰਦੇ ਨੇ ਕਿ ਗਿਆਨ ਦਾ ਕਦੇ ਅਭਿਮਾਨ ਨਹੀਂ ਕਰਨਾ ਚਾਹੀਦਾ, ਗਿਆਨ ਦੇ ਉੱਤੇ ਘਮੰਡ ਨਾ ਕਰੋ, ਹੰਕਾਰ ਨਾ ਕਰੋ ਅਤੇ ਨਾ ਕਦੇ ਕਿਸੇ ਨੂੰ ਟਿੱਚ ਸਮਝਣਾ ਚਾਹੀਦਾ। ਕਈ ਵਾਰ ਕੋਈ ਬਹੁਤ ਸਾਨੂੰ ਅਕਲ ਦੀ ਗੱਲ ਦੱਸ ਰਿਹਾ ਹੁੰਦਾ, ਕੋਈ ਚੰਗੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਿਹਾ ਹੁੰਦਾ, ਪਰ ਅਸੀਂ ਕਹਿੰਦੇ ਹਾਂ ਕਿ ਇਹ ਇੰਨੇ ਜੋਗਾ ਕਿੱਥੇ ਕਿ ਸਾਡੇ ਨਾਲ ਕੋਈ ਗੱਲਬਾਤ ਕਰ ਲਵੇ, ਸਾਨੂੰ ਕੋਈ ਅਕਲ ਦੀ ਗੱਲ ਦੱਸ ਦੇਵੇ, ਅਸੀਂ ਉਸ ਨੂੰ ਟਿੱਚ ਜਾਣਦੇ ਹਾਂ, ਉਸ ਦੀ ਗੱਲ ਨੂੰ ਸੁਣ ਕੇ ਅਣਸੁਣੀ ਅਣਗੌਲੀ ਕਰ ਦਿੰਦੇ ਹਾਂ। ਇਨਸਾਨ ਜਦੋਂ ਇਹ ਸੋਚਣ ਲੱਗ ਪੈਂਦਾ ਨਾ ਕਿ ਮੈਂ ਸਭ ਕੁਝ ਕਰ ਸਕਦਾ ਹਾਂ, ਮੈਨੂੰ ਹਰ ਚੀਜ਼ ਦੀ ਅਕਲ ਹੈ, ਤਾਂ ਉਹ ਹਾਰ ਜਾਂਦਾ ਹੈ ਉਸ ਖਰਗੋਸ਼ ਵਾਂਗ ਜਿਸ ਨੂੰ ਇਹ ਸੀ ਕਿ ਮੇਰੇ ਵਰਗਾ ਕੋਈ ਭੱਜ ਨਹੀਂ ਸਕਦਾ ਅਤੇ ਕੱਛੂ ਕੁੰਮਾ ਤਾਂ ਬਿਲਕੁਲ ਵੀ ਭੱਜ ਨਹੀਂ ਸਕਦਾ। ਪਰ ਅਸਲ ਦੇ ਵਿੱਚ ਖਰਗੋਸ਼ ਨਹੀਂ ਸੀ ਹਾਰਿਆ, ਉਸ ਦਾ ਆਲਸ ਹਾਰਿਆ ਸੀ। ਕੱਛੂ ਕੁੰਮੇ ਨੇ ਆਲਸ ਨਹੀਂ ਸੀ ਕੀਤਾ ਤੇ ਉਸਨੇ ਆਪਣੇ ਕੰਮ ਵਿੱਚ ਨਿਰੰਤਰਤਾ ਰੱਖੀ ਸੀ, ਇਸ ਕਰਕੇ ਉਸ ਦੀ ਜਿੱਤ ਹੋਈ ਸੀ। ਇੱਥੇ ਵੀ ਗਧੇ ਦੀ ਜਿੱਤ ਇਸ ਲਈ ਹੋ ਗਈ ਕਿਉਂਕਿ ਉਹ ਆਲਸ ਤੋਂ ਪਰੇ ਹੋ ਗਿਆ। ਉਸਨੇ ਆਪਣੀ ਦੇਹ ਨੂੰ ਕਸ਼ਟ ਦੇਣ ਬਾਰੇ ਸੋਚਿਆ ਤੇ ਕਿਹਾ ਕੋਈ ਗੱਲ ਨਹੀਂ, ਅੱਗ ਆਉਂਦੀ ਹੈ ਤੇ ਅੱਗ ਤੋਂ ਪਹਿਲਾਂ ਮੈਂ ਦੌੜ ਕੇ ਬਾਹਰ ਹੋ ਜਾਵਾਂਗਾ। ਦੂਜੇ ਦੋ ਆਲਸੀ ਸੀ ਤਾਂ ਉਹ ਜ਼ਿੰਦਗੀ ਦੀ ਦੌੜ ਹਾਰ ਗਏ। ਗਧੇ ਦੀ ਇਹ ਖਾਸੀਅਤ ਹੈ ਕਿ ਉਹ ਕੰਮ ਤੋਂ ਭੱਜਦਾ ਨਹੀਂ, ਉਹ ਕੰਮ ਚੋਰ ਨਹੀਂ, ਜੋ ਕੰਮ ਉਸ ਨੂੰ ਮਿਲ ਜਾਵੇ ਉਸ ਤੇ ਲੱਗਾ ਰਹਿੰਦਾ, ਦਿਨ ਰਾਤ ਇੱਕ ਕਰ ਦਿੰਦਾ। ਉਹ ਲਾਲਚ ਨਹੀਂ ਕਰਦਾ, ਉਹ ਆਰਾਮ ਪਿੱਛੇ ਨਹੀਂ ਜਾਂਦਾ, ਉਹ ਆਲਸ ਪਿੱਛੇ ਨਹੀਂ ਜਾਂਦਾ। ਗਧੇ ਤੋਂ ਸਿੱਖੀਏ ਨਿਰੰਤਰਤਾ, ਸਭ ਤੋਂ ਵੱਡਾ ਗੁਣ ਜਿਹੜਾ ਗਧੇ ਤੋਂ ਆਪਾਂ ਸਿੱਖਣਾ ਹੈ। ਦੂਜਾ ਗੁਣ, ਉਹ ਹਰ ਮੌਸਮ ਦੇ ਵਿੱਚ ਖੁਦ ਨੂੰ ਢਾਲ ਲੈਂਦਾ ਹੈ, ਖੁਦ ਨੂੰ ਤਿਆਰ ਬਰ ਤਿਆਰ ਰੱਖਦਾ ਹੈ। ਆਪਾਂ ਨੂੰ ਵੀ ਗਧੇ ਤੋਂ ਇਹ ਚੀਜ਼ ਸਿੱਖ ਲੈਣੀ ਚਾਹੀਦੀ ਹੈ ਕਿ ਹਰ ਪਰਿਸਥਿਤੀ ਦੇ ਵਿੱਚ ਅਸੀਂ ਤਿਆਰ ਬਰ ਤਿਆਰ ਰਹੀਏ। ਗਰੀਬੀ ਹੋਵੇ, ਭੁੱਖ ਹੋਵੇ, ਅਸੀਂ ਦਿਮਾਗ ਨੂੰ ਪਹਿਲਾਂ ਤੋਂ ਦੱਸ ਕੇ ਰੱਖੀਏ ਕਿ ਇਹ ਚੀਜ਼ਾਂ ਵੀ ਸਾਨੂੰ ਹੰਡਾਉਣੀਆਂ ਪੈ ਸਕਦੀਆਂ, ਕਦੇ ਸਾਡੇ ਤੇ ਗਰੀਬੀ ਵੀ ਆ ਸਕਦੀ ਹੈ, ਕਦੇ ਸਾਨੂੰ ਭੁੱਖਿਆਂ ਵੀ ਰਹਿਣਾ ਪੈ ਸਕਦਾ ਹੈ। ਤੇ ਤੀਜੀ ਇੱਕ ਹੋਰ ਮਹੱਤਵਪੂਰਨ ਸਿੱਖਿਆ ਜਿਹੜੀ ਸਾਨੂੰ ਗਧੇ ਤੋਂ 100% ਸਿੱਖ ਲੈਣੀ ਚਾਹੀਦੀ ਹੈ, ਉਹ ਇਹ ਕਿ ਗਧੇ ਨੂੰ ਜੋ ਵੀ ਮਿਲਦਾ ਹੈ ਰੁੱਖਾ ਸੁੱਖਾ ਉਹ ਵੀ ਖਾ ਲੈਂਦਾ ਹੈ। ਇਹ ਮਾਲਕ ਨਾਲ ਲੜਦਾ ਨਹੀਂ, ਝਗੜਦਾ ਨਹੀਂ। ਸਾਡੀ ਆਦਤ ਹੋਰ ਹੈ, ਅਸੀਂ ਗੁਆਂਢੀਆਂ ਨਾਲ ਵੀ ਤੁਲਨਾ ਕਰ ਲੈਂਦੇ ਹਾਂ ਕਿ ਉਹ ਆਹ ਖਾ ਰਿਹਾ, ਆਹ ਪਹਿਨ ਰਿਹਾ, ਇਸ ਚੀਜ਼ ਤੇ ਸਵਾਰੀ ਕਰਦਾ ਹੈ ਤੇ ਅਸੀਂ ਕਰਜ਼ਾ ਲੈ ਕੇ ਉਹ ਸਾਰਾ ਕੁਝ ਲੈਣ ਦੀ, ਖਾਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜੇ ਗਧੇ ਤੋਂ ਗੁਣ ਸਿੱਖਿਆ ਹੋਵੇ ਕਿ ਜੋ ਰੁੱਖੀ ਮਿੱਸੀ ਮਿਲੇ ਉਹ ਖਾਓ ਤੇ ਮਾਲਕ ਦਾ ਸ਼ੁਕਰ ਕਰੋ, ਫਿਰ ਸਾਡੇ ਵਰਗਾ ਕੌਣ ਹੋ ਸਕਦਾ। ਸੋ ਇਸ ਕਰਕੇ ਇਸ ਕਹਾਣੀ ਚੋਂ ਇਹ ਜਿਹੜੀਆਂ ਮਹੱਤਵਪੂਰਨ ਸਿੱਖਿਆਵਾਂ ਨੇ ਸਾਨੂੰ ਆਪਣੇ ਪੱਲੇ ਬੰਨ੍ਹ ਲੈਣੀਆਂ ਚਾਹੀਦੀਆਂ।